ਗੁੱਡ ਆਫਟਰਨੂਨ 8th ਕਲਾਸ। ਅੱਜ ਅਸੀਂ ਇੰਗਲਿਸ਼ ਰੀਡਰ ਬੁੱਕ ਦੇ ਵਿੱਚੋਂ ਇੱਕ ਪੋਇਮ ਪੜ੍ਹਨ ਜਾ ਰਹੇ ਹਾਂ ਜੋ ਸਾਡਾ ਫਸਟ ਲੈਸਨ ਸੀ ਅਬਦੁਲ ਹਮੀਦ। ਉਹਦੇ ਸਾਰਿਆਂ ਨੇ ਕੁਐਸਚਨ ਆਨਸਰਸ ਬੈਕ ਐਕਸਰਸਾਈਜ਼ ਆਈ ਥਿੰਕ ਕੰਪਲੀਟ ਕਰ ਲਏ ਹੋਣਗੇ। ਬਹੁਤ ਸੇ ਬੱਚਿਆਂ ਨੇ ਕਰ ਲਏ ਆ, ਜਿਨ੍ਹਾਂ ਨੇ ਨਹੀਂ ਕੀਤੇ ਉਹ ਵੀ ਕਰ ਲੈਣ। ਅਤੇ ਅੱਜ ਆਪਾਂ ਇੱਕ ਪੋਇਮ ਪੜ੍ਹਨ ਜਾ ਰਹੇ ਹਾਂ ਜਿਸ ਦਾ ਨਾਂ ਹੈ ਟਰੂ ਗਰੋਥ। ਇਹ ਤੁਹਾਡੇ ਚੈਪਟਰ ਨੰਬਰ 2 'ਤੇ ਹੈ, ਠੀਕ ਹੈ। ਬਟ ਆਪਣੇ ਕੋਲ ਚੈਪਟਰਸ ਦਾ ਇੱਕ ਪਾਰਟ ਹੈ, ਇੱਕ ਪੋਇਮਸ ਦਾ ਪਾਰਟ ਹੈ, ਅਤੇ ਪੋਇਮਸ ਦੇ ਵਿੱਚੋਂ ਆਪਾਂ ਫਸਟ ਪੋਇਮ ਪੜ੍ਹ ਰਹੇ ਹਾਂ ਜਿਹਦਾ ਨਾਂ ਹੈ ਟਰੂ ਗਰੋਥ। ਟਰੂ ਗਰੋਥ ਦਾ ਮਤਲਬ ਹੁੰਦਾ ਹੈ ਸੱਚਾਈ ਵਿੱਚ ਵਾਧਾ, ਠੀਕ ਹੈ। ਮਤਲਬ ਜੋ ਗਰੋਥ ਦਾ ਮਤਲਬ ਹੁੰਦਾ ਹੈ ਜਿਵੇਂ ਇੱਕ ਬੱਚਾ ਵੱਡਾ ਹੋ ਰਿਹਾ ਹੈ ਨਾ, ਬੱਚੇ ਤੋਂ ਛੋਟੇ ਬੱਚੇ ਤੋਂ ਵੱਡਾ ਬੱਚਾ ਬਣਦਾ ਹੈ, ਫਿਰ ਵੱਡੇ ਬੱਚੇ ਤੋਂ ਮੁੰਡਾ ਬਣਦਾ ਹੈ, ਮੁੰਡੇ ਤੋਂ ਗਾਂ ਬੰਦਾ ਬਣਦਾ ਹੈ, ਫਿਰ ਬਜ਼ੁਰਗ ਹੁੰਦਾ ਹੈ, ਉਹ ਗਰੋਥ ਹੁੰਦੀ ਹੈ। ਇਹਨੂੰ ਸੱਚੀ ਗਰੋਥ ਕਹਿੰਦੇ ਨੇ। ਅਤੇ ਜਿਹੜਾ ਲੇਖਕ ਹੈ ਸਾਡਾ ਬੈਨ ਜੌਨਸਨ, ਉਹ ਇਸ ਪੋਇਮ ਦੇ ਥਰੂ ਇੱਕ ਆਪਾਂ ਨੂੰ ਬਹੁਤ ਹੀ ਵਧੀਆ ਮੈਸੇਜ ਦੇ ਰਿਹਾ ਹੈ ਜੋ ਕਿ ਤੁਸੀਂ ਸਾਰਿਆਂ ਨੇ ਸੁਣਨਾ ਹੈ ਅਤੇ ਆਪਣੀ ਲਾਈਫ ਵਿੱਚ ਉਸ ਨੂੰ ਯੂਜ਼ ਕਰਕੇ ਅੱਗੇ ਵਧਣ ਦੀ ਕੋਸ਼ਿਸ਼ ਕਰਨੀ ਹੈ, ਠੀਕ ਹੈ ਬੱਚਿਓ। ਇਹ ਇੱਕ ਤਰ੍ਹਾਂ ਦਾ ਜਦੋਂ ਆਪਾਂ ਕੋਈ ਸਟੋਰੀ ਕਿਸੇ ਪੋਇਟ ਕੋਲੋਂ ਕੋਈ ਪੋਇਮ ਪੜ੍ਹਦੇ ਹਾਂ ਨਾ, ਜਾਂ ਕੋਈ ਸਟੋਰੀ ਪੜ੍ਹਦੇ ਹਾਂ ਕਿਸੇ ਵੀ ਇੰਸਪਾਇਰਡ ਪਰਸਨ 'ਤੇ, ਜਾਂ ਫਿਰ ਬਹੁਤ ਸਾਰੀਆਂ ਐਸੀ ਸਟੋਰੀਜ਼ ਹੁੰਦੀਆਂ ਨੇ ਜੋ ਕਿ ਸਾਨੂੰ ਇੰਸਪਾਇਰਡ ਕਰਦੀਆਂ ਨੇ। ਸਿੱਖਿਆ ਲੈ ਕੇ ਅਸੀਂ ਉਸ ਦੇ ਵਿੱਚੋਂ ਸਿੱਖਿਆ ਲੈ ਕੇ ਅੱਗੇ ਵਧੀਏ, ਸਾਨੂੰ ਇਸ ਚੀਜ਼ ਨੂੰ ਪ੍ਰੇਰਿਤ ਕਰਦੀਆਂ ਨੇ, ਅਤੇ ਅਸੀਂ ਕੋਸ਼ਿਸ਼ ਕਰਨੀ ਆ ਕਿ ਅਸੀਂ ਇਸ ਚੀਜ਼ 'ਤੇ ਇੰਪਲੀਮੈਂਟ ਕਰੀਏ, ਠੀਕ ਹੈ ਬੱਚਿਓ। ਅਤੇ ਆਪਾਂ ਸਟਾਰਟ ਕਰਦੇ ਹਾਂ ਪੋਇਮ। It is not growing like a tree in bulk, doth make man better be, or standing long as an oak, 300 years to fall a log at last, dry, bald and seary। ਹੁਣ ਬੱਚਿਓ ਦੇਖੋ, ਇਹਨਾਂ ਨੇ ਇੱਕ ਪੋਇਮ ਉਹਨਾਂ ਨੇ ਜੋ ਮਤਲਬ ਮੀਨਿੰਗ ਦੱਸਿਆ ਹੈ ਨਾ, ਮੀਨਿੰਗ ਦੇ ਅਕੋਰਡਿੰਗਲੀ ਜੋ ਸਾਨੂੰ ਪੋਇਟ ਮੀਨਿੰਗ ਦੱਸਦਾ ਪਿਆ ਹੈ ਨਾ, ਉਹ ਇੱਕ ਮੈਸੇਜ ਦੇ ਰਿਹਾ ਹੈ ਇਸ ਪੋਇਮ ਨੂੰ ਗਾਉਂਦੇ ਹੋਏ, ਠੀਕ ਹੈ। ਉਹ ਕਹਿੰਦਾ ਇਟ ਇਜ਼ ਨਾਟ ਗਰੋਇੰਗ ਲਾਈਕ ਅ ਟਰੀ ਇਨ ਬਲਕ, ਡੋਥ ਮੇਕ ਮੈਨ ਬੈਟਰ ਬੀ, ਔਰ ਸਟੈਂਡਿੰਗ ਲੌਂਗ ਐਜ਼ ਐਨ ਓਕ, 300 years ਟੂ ਫਾਲ ਅ ਲੌਗ ਐਟ ਲਾਸਟ, ਡਰਾਈ, ਬਾਲਡ ਐਂਡ ਸੀਰੀ। ਉਹ ਕਹਿੰਦਾ ਇਨਸਾਨ ਨੂੰ ਇੱਕ ਸਿੱਖਿਆ ਲੈਣੀ ਚਾਹੀਦੀ ਹੈ ਹਮੇਸ਼ਾ ਕਿ ਉਸਨੂੰ ਜਿਹੜੇ ਦਰਖਤ ਦਾ ਜ਼ਿਕਰ ਇਸ ਚੈਪਟਰ ਵਿੱਚ ਕੀਤਾ ਜਾ ਰਿਹਾ ਹੈ ਨਾ, ਤੁਹਾਨੂੰ ਮੈਂ ਪੰਜਾਬੀ ਦੇ ਅਕੋਰਡਿੰਗ ਦੱਸ ਦਿੰਦਾ ਹੈ। ਜਿਵੇਂ ਕਿ ਇੱਕ ਬੋਹੜ ਦਾ ਦਰਖਤ ਹੁੰਦਾ ਹੈ ਨਾ, ਬਰਗਦ ਦਾ ਪੇੜ ਜਿਹਨੂੰ ਆਪਾਂ ਕਹਿੰਦੇ ਹਾਂ, ਬੋਹੜ ਦਾ ਦਰਖਤ ਹੁੰਦਾ ਹੈ ਜਿਹਦੇ ਵੱਡੇ ਵੱਡੇ ਪੱਤੇ ਹੁੰਦੇ ਆ, ਉਹਨੂੰ ਲੰਮੀਆਂ ਲੰਮੀਆਂ ਜੜਾਵਾਂ ਲੱਗੀਆਂ ਹੁੰਦੀਆਂ ਹੈ, ਉਹ ਬੋਹੜ ਦਾ ਦਰਖਤ ਹੁੰਦਾ ਹੈ। ਉਹ ਬਹੁਤ ਵੱਡਾ, ਆਪਣੇ ਆਕਾਰ ਵਿੱਚ ਬਹੁਤ ਵੱਡਾ ਅਤੇ ਫੈਲਿਆ ਹੋਇਆ ਹੁੰਦਾ ਹੈ, ਅਤੇ ਉਹਦੀ ਉਮਰ ਬਹੁਤ ਲੰਬੀ ਹੁੰਦੀ ਹੈ। ਅਤੇ ਲਿਖਾਰੀ ਜੋ ਹੈ, ਆਪਣਾ ਪੋਇਟ ਜੋ ਹੈ, ਉਹ ਕਹਿ ਰਿਹਾ ਹੈ ਕਿ ਇਨਸਾਨ ਨੂੰ ਕਦੇ ਵੀ ਬੋਹੜ ਵਰਗਾ ਨਹੀਂ ਬਣਨਾ ਚਾਹੀਦਾ, ਜਿਹੜਾ ਕਿ ਆਕਾਰ ਵਿੱਚ ਇੰਨਾ ਵੱਡਾ ਹੁੰਦਾ ਹੈ, ਇੰਨੀ ਲੰਮੀ ਉਹਦੀ ਉਮਰ ਹੁੰਦੀ ਹੈ, ਬਟ ਉਹਦੀ ਉਮਰ ਜਿਹੜੀ ਹੈ ਨਾ ਉਹ ਵਿਅਰਥ ਹੈ, ਉਹਦਾ ਕੋਈ ਫਾਇਦਾ ਨਹੀਂ ਹੈ। ਇੰਨੀ ਲੌਂਗ ਏਜ ਹੈ, ਉਹਦੇ ਵਿੱਚ ਕੋਈ ਸੁੰਦਰਤਾ ਵੀ ਨਹੀਂ ਹੈਗੀ, ਉਹਦਾ ਕੋਈ ਫਾਇਦਾ ਵੀ ਨਹੀਂ, ਕਿਉਂਕਿ ਬੋਹੜ ਦਾ ਦਰਖਤ ਕਿਸੇ ਨੂੰ ਕੋਈ ਫੁੱਲ ਫਲ ਵੀ ਨਹੀਂ ਦਿੰਦਾ, ਸਿਰਫ ਛਾਂ ਦਿੰਦਾ ਹੈ, ਬਟ ਉਹ ਵੀ ਕੁਛ ਟਾਈਮ ਤੱਕ। ਉਸ ਤੋਂ ਬਾਅਦ ਜਦੋਂ ਉਹ ਖ਼ਤਮ ਹੁੰਦਾ ਹੈ, ਉਹਦਾ ਜਿਹੜਾ ਐਂਡ ਹੈ ਬਹੁਤ ਮਾੜਾ ਹੁੰਦਾ ਹੈ, ਠੀਕ ਹੈ। ਐਂਡ ਵਿੱਚ ਉਹ ਸੁੱਕ ਜਾਂਦਾ ਹੈ, ਉਹ ਦਰਖਤ ਸੁੱਕ ਕੇ ਇੱਕ ਲੱਕੜ ਦੀ ਲਾਠੀ ਵਾਂਗੂ ਹੋ ਜਾਂਦਾ ਹੈ, ਅਤੇ ਅਖੀਰ ਉਹ ਡਿੱਗ ਕੇ ਖ਼ਤਮ ਹੋ ਜਾਂਦਾ ਹੈ, ਕਿਸੇ ਕੰਮ ਵੀ ਨਹੀਂ ਆਉਂਦਾ। ਉਹਦੀ ਜਿਹੜੀ ਲੱਕੜ ਹੁੰਦੀ ਹੈ ਉਹ ਕਿਸੇ ਕੰਮ ਨਹੀਂ ਆਉਂਦੀ, ਠੀਕ ਹੈ। ਅਤੇ ਉਹ ਕਹਿੰਦਾ ਕਿ ਇਨਸਾਨ ਨੂੰ ਕਦੇ ਵੀ ਬੋਹੜ ਦੇ ਦਰਖਤ ਵਾਂਗ ਨਹੀਂ ਹੋਣਾ ਚਾਹੀਦਾ, ਜਿਹੜਾ ਕਿ 300 ਸਾਲ ਤੱਕ ਖੜ੍ਹਿਆ ਰਹਿੰਦਾ ਹੈ, ਐਡੀ ਲੰਮੀ ਉਮਰ ਹੈ, ਬਿਨਾਂ ਕਿਸੇ ਫਾਇਦੇ ਦੇ, ਬਿਨਾਂ ਕਿਸੇ ਪ੍ਰੋਫਿਟ ਦੇ, ਕੋਈ ਉਹਦਾ ਫਾਇਦਾ ਨਹੀਂ ਹੈ ਇੰਨੀ ਲੰਮੀ ਉਮਰ ਦਾ। ਅਤੇ ਇਸ ਵਾਸਤੇ ਇਨਸਾਨ ਨੂੰ ਇੱਕ ਲਿਲੀ ਦੇ ਫਲਾਵਰ ਵਾਂਗੂ ਬਣਨਾ ਚਾਹੀਦਾ ਹੈ, ਜਿਵੇਂ ਕਿ ਅੱਗੇ ਲੇਖਕ ਨੇ ਦੱਸਿਆ ਹੈ, ਅ ਲਿਲੀ ਆਫ ਏ ਡੇ ਇਜ਼ ਫੇਅਰਰ ਫਾਰ ਇਨ ਮੇ, although it fall and die that night, it was the plant and flower of light। ਉਹ ਕਹਿੰਦਾ ਵੀ ਜਿਹੜਾ ਲਿਲੀ ਦਾ ਫੁੱਲ ਹੁੰਦਾ ਹੈ ਨਾ, ਇਨਸਾਨ ਨੂੰ ਲਿਲੀ ਦੇ ਫੁੱਲ ਵਾਂਗੂ ਹੋਣਾ ਚਾਹੀਦਾ ਹੈ। ਬੇਸ਼ੱਕ ਉਹ
ਮੁਸੀਬਤਾਂ ਨਾਲ ਘਿਰਿਆ ਰਹਿੰਦਾ ਹੈ। ਉਹਦੇ ਲਾਈਫ ਲਿਲੀ ਦੇ ਫੁੱਲ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਨੇ, ਜਿਵੇਂ ਉਹਨੂੰ ਡਰ ਹੁੰਦਾ ਹੈ ਕਿ ਕਿਸੇ ਨੇ ਤੋੜ ਲਿਆ, ਹਵਾ ਆਈ ਤਾਂ ਵੀ ਉਹ ਟੁੱਟ ਜਾਏਗਾ। ਉਹਦੇ ਪੱਤੇ ਵੀ ਸੌਫਟ ਹੁੰਦੇ, ਕਮਜ਼ੋਰ ਜਿਹੇ ਹੁੰਦੇ ਆ, ਠੀਕ ਹੈ। ਬਟ ਉਹ ਪੂਰੀ ਦੁਨੀਆ ਨੂੰ ਸੁੰਦਰ ਬਣਾਉਂਦਾ ਹੈ ਅਤੇ ਲੋਕਾਂ ਨੂੰ ਖੁਸ਼ਬੂ ਦੇ ਨਾਲ ਪ੍ਰਭਾਵਿਤ ਕਰਦਾ ਹੈ, ਠੀਕ ਹੈ, ਇੰਸਪਾਇਰ ਕਰਦਾ ਹੈ। ਅਤੇ ਉਹਦਾ ਫਾਇਦਾ ਹੈ, ਉਹਦੀ ਲਾਈਫ ਘੱਟ ਹੁੰਦੀ ਆ ਬਟ ਉਹਦੇ ਫਾਇਦੇ ਬਹੁਤ ਜ਼ਿਆਦਾ ਹੁੰਦੇ ਆ। ਇਨਸਾਨ ਨੂੰ ਆਪਣੇ ਆਪ ਨੂੰ ਇੰਪਰੂਵ ਕਰਕੇ, ਢਾਲ ਕੇ ਇੱਕ ਕਾਮਯਾਬ ਇਨਸਾਨ ਬਣਾਉਣਾ ਚਾਹੀਦਾ ਹੈ, ਜਿਹੜਾ ਕਿ ਦੂਸਰਿਆਂ ਦੀ ਮਦਦ ਵੀ ਕਰੇ, ਦੂਸਰਿਆਂ ਨੂੰ ਵੀ ਫਾਇਦਾ ਦੇਵੇ ਅਤੇ ਖੁਦ ਵੀ ਇੱਕ ਚੰਗੀ ਲਾਈਫ ਜੀਵੇ। ਨਾ ਕਿ ਇਨਸਾਨ ਨੂੰ ਬੋਰਡ ਦੇ ਦਰਖਤ ਵਾਂਗੂ ਖੜ੍ਹੇ ਰਹਿਣਾ ਚਾਹੀਦਾ ਹੈ ਕਿ ਜਿਹੜਾ ਕਿਸੇ ਦਾ ਭਲਾ ਨਾ ਕਰੇ, ਸਿਰਫ ਜਗ੍ਹਾ ਘੇਰ ਕੇ ਖੜ੍ਹਾ ਆ, ਉਹਦਾ ਕੋਈ ਫਾਇਦਾ ਨਹੀਂ। ਉਹੋ ਜਿਹੀ ਲਾਈਫ ਦਾ ਬਿਲਕੁਲ ਕੋਈ ਫਾਇਦਾ ਨਹੀਂ ਹੈ, ਠੀਕ ਹੈ। ਹੁਣ ਇੱਥੇ ਕਹਿ ਰਿਹਾ ਜੀ, ਇਨ ਅ small proportion we just beauty see, and in short measures life may perfect be। ਉਹ ਕਹਿੰਦਾ ਵੀ ਇੰਨੀ ਲੰਮੀ ਲਾਈਫ ਦਾ ਕੋਈ ਫਾਇਦਾ ਨਹੀਂ ਜਿਹਦੇ ਵਿੱਚ ਅਸੀਂ ਕੁਛ ਕਰਦੇ ਨਹੀਂ ਆ, ਕੋਈ ਗਰੋਥ ਨਹੀਂ ਕਰਦੇ। ਗਰੋਥ ਕਰਨ ਦਾ ਮਤਲਬ ਹੁੰਦਾ ਹੈ ਜਿਵੇਂ ਅੱਜ ਤੁਸੀਂ ਪੜ੍ਹ ਰਹੇ ਹੋ ਅਤੇ ਸਾਰੇ ਬੱਚੇ ਪੜ੍ਹ ਕੇ ਅੱਗੇ ਆਪਣੀ ਸਟੱਡੀਜ਼ ਵਧਾਉਣਗੇ, ਹੋਰ ਪੜ੍ਹਨਗੇ, ਉਸ ਤੋਂ ਬਾਅਦ ਕੋਈ ਆਫਿਸਰ ਬਣ ਜਾਏਗਾ, ਕੋਈ ਡਾਕਟਰ ਬਣ ਜਾਏਗਾ, ਆਪਣੀ ਲਾਈਫ ਦੇ ਵਿੱਚ ਸੈਟਲ ਹੋ ਜਾਓਗੇ, ਠੀਕ ਹੈ। ਜਦੋਂ ਤੁਸੀਂ ਆਪਣੀ ਲਾਈਫ 'ਚ ਸੈਟਲ ਹੋ ਗਏ, ਉਸ ਦਾ ਮਤਲਬ ਹੈ ਕਿ ਤੁਸੀਂ ਟਰੂ ਗਰੋਥ ਕੀਤੀ ਹੈ ਅਤੇ ਸਕਸੈਸ ਪਾਈ ਹੈ, ਠੀਕ ਹੈ। ਬਟ ਜੇ ਮੰਨ ਲਓ ਕੁਛ ਬੱਚੇ ਇੱਦਾਂ ਦੇ ਵੀ ਹੁੰਦੇ ਆ ਕਿ ਜਿਨ੍ਹਾਂ ਨੇ ਕੁਛ ਨਹੀਂ ਕਰਨਾ ਹੁੰਦਾ, ਨਲਾਇਕ ਹੁੰਦੇ ਨੇ, ਅਤੇ ਉਹ ਆਪਣੇ ਮਾਂ ਪਿਓ ਦਾ ਖਰਚਾ ਵੀ ਲਵਾ ਦਿੰਦੇ ਨੇ, ਪੜ੍ਹਾਈ 'ਤੇ ਵੀ, ਮੁੜ ਕੇ ਉਹ ਐਸ਼ ਪ੍ਰਸਤੀਆਂ ਕਰਦੇ ਰਹਿੰਦੇ ਨੇ, ਵਾਰਾਗਰਦੀ ਕਰਦੇ ਰਹਿੰਦੇ ਨੇ, ਅਤੇ ਲਾਸਟ ਵਿੱਚ ਆਪਣੀ ਲਾਈਫ ਨੂੰ ਸਪੋਇਲ ਕਰ ਲੈਂਦੇ, ਗਲਤ ਕੰਮਾਂ 'ਚ ਪੈ ਗਏ ਜਾਂ ਲੜਾਈਆਂ ਝਗੜਿਆਂ 'ਚ ਪੈ ਗਏ। ਮੀਨਸ ਆਪਣੀ ਜਿਹੜੀ ਗਰੋਥ ਹੈ ਉਹਨੂੰ ਵੇਸਟ ਕਰਤਾ, ਠੀਕ ਹੈ ਨਾ। ਉਹ ਜਿਹੜੀ ਗਰੋਥ ਹੈ ਉਹ ਇੱਕ ਬੋਰਡ ਦੇ ਦਰਖਤ ਵਾਂਗ ਹੁੰਦੀ ਹੈ ਜਿਹਦੇ ਵਿੱਚ ਕੋਈ ਵੀ ਕਿਸੇ ਨੂੰ ਬੈਨੀਫਿਟ ਨਹੀਂ ਹੁੰਦਾ। ਬਟ ਤੁਸੀਂ ਇੱਦਾਂ ਦਾ ਨਹੀਂ ਬਣਨਾ। ਤੁਸੀਂ ਸਾਰਿਆਂ ਨੇ ਮੇਰੇ ਬੱਚਿਓ ਲਿਲੀ ਦੇ ਫਲਾਵਰ ਵਾਂਗੂ ਬਣਨਾ ਹੈ, ਜਿਹਦੀ ਲਾਈਫ ਭਾਵੇਂ ਛੋਟੀ ਹੁੰਦੀ ਹੈ ਬਟ ਉਹਦੇ ਵਿੱਚ ਬਹੁਤ ਸਾਰੇ ਗੁਣ ਹੁੰਦੇ ਨੇ, ਠੀਕ ਹੈ। ਅਤੇ ਮੈਂ ਚਾਹੁੰਦਾ ਵਾਂ ਕਿ ਮੈਂ ਦੁਆ ਕਰਦਾ ਕਿ ਤੁਹਾਡੇ ਸਾਰਿਆਂ ਦੇ ਵਿੱਚ ਵੀ ਇਸ ਤਰ੍ਹਾਂ ਹੀ ਬਹੁਤ ਸਾਰੇ ਗੁਣ ਹੋਣ। ਤੁਸੀਂ ਇਸ ਸਟੋਰੀ ਨੂੰ ਧਿਆਨ ਨਾਲ ਸੁਣਨਾ ਹੈ, ਠੀਕ ਹੈ। ਆਈ ਹੋਪ ਤੁਸੀਂ ਸਟੋਰੀ ਇੰਜੋਏ ਵੀ ਕੀਤੀ ਹੋਏਗੀ ਅਤੇ ਤੁਸੀਂ ਇਸ ਤੋਂ ਕੁਝ ਸਿੱਖਿਆ ਵੀ ਲਓਗੇ ਅਤੇ ਤੁਸੀਂ ਆਪਣੇ ਆਪ ਨੂੰ ਇੰਪਰੂਵ ਕਰਕੇ ਆਪਣੀ ਲਾਈਫ ਨੂੰ ਬੈਟਰ ਬਣਾਓਗੇ, ਠੀਕ ਹੈ ਬੱਚਿਓ। ਅੱਜ ਲਈ ਆਪਣੀ ਪੋਇਮ ਹੀ ਸੀ, ਇਹ ਪੋਇਮ ਇੰਨੀ ਹੀ ਹੈ, ਠੀਕ ਹੈ। ਅਤੇ ਇਸ ਨੂੰ ਧਿਆਨ ਨਾਲ ਪੜ੍ਹਿਓ ਅਤੇ ਇਹਦੀ ਜਿਹੜੀ ਬੈਕ ਐਕਸਰਸਾਈਜ਼ ਹੈ ਨਾ, ਉਹ ਜ਼ਿਆਦਾ ਟਫ ਨਹੀਂ ਹੈ, ਕਿਉਂਕਿ ਉਹਦੇ ਵਿੱਚ ਸਿਰਫ ਕੁਛ ਡਿਫੀਕਲਟ ਵਰਡਸ ਦੇ ਮੀਨਿੰਗ ਹੈ ਅਤੇ ਕੁਛ ਕੰਪਰੀਹੈਂਸ਼ਨ ਐਂਡ ਐਪਰੀਸ਼ੀਏਸ਼ਨ ਆਫ ਦਾ ਪੋਇਮ ਹੈ। ਅਤੇ ਤੁਸੀਂ ਇਹ ਦੇਖੋ, ਇਹ ਬ੍ਰੈਕਟ ਦੇ ਵਿੱਚ ਦਿੱਤੇ ਹੋਏ ਜਿਹੜੇ ਵਰਡਸ ਨੇ, ਇਹਨਾਂ ਨੂੰ ਲੈ ਕੇ ਇਹ ਫਿਲ ਇਨ ਦਾ ਬਲੈਂਕਸ ਫਿਲ ਕਰਨੇ ਆ। ਅਤੇ ਮੈਂ ਚਾਹੁੰਦਾ ਇਹ ਤੁਸੀਂ ਖੁਦ ਕਰੋ, ਮੈਂ ਸੋਲਵ ਕਰਕੇ ਨਾ ਦੇਵਾਂ, ਤੁਸੀਂ ਖੁਦ ਕਰੋ। ਉਸ ਤੋਂ ਬਾਅਦ ਮੈਂ ਚੈੱਕ ਕਰਾਂਗਾ ਤੁਸੀਂ ਕੀ ਕਰਦੇ ਹੋ, ਠੀਕ ਹੈ। ਟਰੂ ਫਾਲਸ ਹੋ ਗਏ, ਇਹ ਸਾਰੇ ਤੁਸੀਂ ਆਪਣੇ ਬੇਸ 'ਤੇ ਕਰਨੇ ਆ, ਆਪਣੇ ਹਿਸਾਬ ਨਾਲ, ਠੀਕ ਹੈ ਬੱਚਿਓ। ਅਤੇ ਅੱਜ ਵਾਸਤੇ ਇੰਨਾ ਹੀ ਹੈ, ਠੀਕ ਹੈ। ਆਪਣਾ ਖਿਆਲ ਰੱਖਣਾ ਹੈ ਸਾਰਿਆਂ ਨੇ, ਅਤੇ ਹੈਵ ਅ ਗੁੱਡ ਡੇ।